ਪੰਜਾਬ ਪੀਸੀਐਸ ਦਾ ਪ੍ਰੀਲਿਮਸ 26 ਅਕਤੂਬਰ ਨੂੰ ਪਲਾਨਡ ਹੈ। ਬਹੁਤ ਸਾਰੇ ਐਸਪੀਰੈਂਟਸ ਦੇ ਮਨ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਕੀ ਅਸੀਂ ਪ੍ਰੀਲਿਮਸ ਨੂੰ 50 ਡੇਜ਼ ਵਿੱਚ ਕਲੀਅਰ ਕਰ ਸਕਦੇ ਹਾਂ ਜਾਂ ਨਹੀਂ। ਦੇਖੋ, ਪੰਜਾਬ ਪੀਸੀਐਸ ਇਜ਼ ਅ ਹਾਈਲੀ ਕੰਪੀਟੀਟਿਵ ਐਗਜ਼ਾਮ, ਬਟ ਇਫ ਯੂ ਫੋਲੋ a plan and execute it strategically, I think ਤੁਸੀਂ clear ਕਰ ਸਕਦੇ ਹੋ, provided you have a foundation, you have a base. Last 50 days, I think it is the time to up the level, the up the ante, up the intensity. And I would suggest ਜੇ ਤੁਸੀਂ ਇਹ plan ਜੋ ਮੈਂ ਤੁਹਾਨੂੰ ਦੇਣ ਵਾਲੀ ਹਾਂ ਇਹਨੂੰ follow ਕਰੋਗੇ, then definitely you stand a very good chance. Now, you would say, why should we listen to you? Well, I am Dr. Manmeet and I'm a dentist. I've done graduation in dentistry. Plus, I've appeared in 2 UPSC CSC interviews and 1 Punjab PCS interview, right? This is me. Now, this is a result of 2015. Now, if you look at my marks, I got decent marks in mains. ठीक है, A marks ਤੁਹਾਨੂੰ rank 48, 49 ਦੇ ਵੀ ਇਹਦੇ ਆਲੇ ਦੁਆਲੇ ਹੀ ਮਾਰਕਸ ਦਿਖਣਗੇ ਮੇਨਸ ਦੇ। ਇੰਟਰਵਿਊ ਵਿੱਚ ਕਿਤੇ ਮੇਰੇ ਮਾਰਕਸ ਬਹੁਤ ਘੱਟ ਸੀਗੇ, ਜਿੱਥੇ ਐਸਪੀਰੈਂਟ 110, ਇੱਕ ਐਸਪੀਰੈਂਟ ਦੇ 120 ਪਲੱਸ ਵੀ ਸੀਗੇ ਆਊਟ ਆਫ 150 ਦੇ ਮਾਰਕਸ ਦਿਖੇ। ਸੋ ਆਈ ਫਾਲਟਰਡ in my interview, but mains and in prelims I scored really good marks. If you look at my breakdown of mains, this is it. ਤੇ ਤੁਸੀਂ ਕੰਪੇਅਰ ਕਰ ਸਕਦੇ ਹੋ। 2015 ਦਾ PDF is available on BPSC website. Well, I'm just saying this because I want you to have faith in the plan that I'm going to share, ਕਿ ਇਹ plan ਵਧੀਆ ਹੈਗਾ। It all boils down to the execution, right? ਅਗੇਨ 2-3 ਚੀਜ਼ਾਂ ਹੋਰ ਮੈਂ ਸ਼ੇਅਰ ਕਰਨੀਆਂ ਚਾਹਾਂਗੀ ਤੁਹਾਡੇ ਨਾਲ। ਤੁਹਾਨੂੰ ਸਭ ਨੂੰ ਪਤਾ ਹੈ ਕਿ PPSC ਨੇ 9 ਸੀਟਾਂ ਹੋਰ ਵਧਾਤੀਆਂ ਨੇ। 322 ਸੀਟਸ ਸੀਗੀਆਂ, 331 ਸੀਟਸ ਹੋ ਗਈਆਂ ਨੇ। 3 ਸੀਟਾਂ ਐਗਜ਼ੀਕਿਊਟਿਵ ਦੀਆਂ, SDM ਦੀਆਂ, ਤੇ 6 ਸੀਟਾਂ ਤਹਿਸੀਲਦਾਰ ਦੀਆਂ। ਨਾ ਇਟ ਇਜ਼ ਅ ਵੈਰੀ ਗੁੱਡ ਓਪਰਚੁਨਿਟੀ। ਮੈਂ ਇਹ ਬਾਰ-ਬਾਰ ਕਹਿ ਰਹੀ ਹਾਂ ਕਿ ਜੇ ਤੁਹਾਨੂੰ ਲੱਗਦਾ ਹੈ ਨਾ ਤੁਹਾਡਾ ਪੇਪਰ ਕਲੀਅਰ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ, ਉਸ ਡਾਊਟ ਨੂੰ ਨਾ ਖਤਮ ਕਰ ਦਿਓ। ਜਸਟ ਹੈਵ ਫੇਥ ਇਨ yourself, ਫੇਥ ਇਨ your preparation and maybe faith in this plan ਕਿ ਤੁਸੀਂ ਇਹਨੂੰ ਕਲੀਅਰ ਕਰ ਲੋਗੇ। ਲਾਸਟ ਮੂਮੈਂਟ ਜਿਹੜੇ ਜਿਟਰਸ ਹੁੰਦੇ ਆ ਨਾ, ਉਹਨਾਂ ਨੇ ਬਹੁਤ ਸਾਰੇ ਐਸਪੀਰੈਂਟਸ ਨੂੰ ਉਹਨਾਂ ਦਾ ਅਟੈਂਪਟ ਕੋਸਟ ਕੀਤਾ ਹੈ। ਡੋਂਟ ਮੇਕ ਦੈਟ ਮਿਸਟੇਕ। ਇਨ ਫੈਕਟ ਮੇਕ ਦ ਮੋਸਟ ਆਫ ਦ ਲਾਸਟ ਡੇਜ਼, ਕਿਉਂਕਿ ਨਾ ਇੱਕ ਮੋਮੈਂਟਮ ਹੁੰਦਾ ਹੈ ਨਾ ਜੋ ਤੁਹਾਡਾ, ਜੇ ਤੁਸੀਂ 8 ਤੋਂ 10 ਘੰਟੇ ਪੜ੍ਹਨਾ ਹੈ, ਇਹ ਤੁਸੀਂ ਨਾ 2-3 ਮਹੀਨਿਆਂ ਤੋਂ ਜ਼ਿਆਦਾ ਸਸਟੇਨ ਵੈਸੇ ਹੀ ਨਹੀਂ ਕਰ ਸਕਦੇ। And if you're able to sustain it for last 50 days, I think you are there, right? So make the most of these 50 days. Also, ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ, ਨੈਗੇਟਿਵ ਮਾਰਕਿੰਗ ਨਹੀਂ ਹੁੰਦੀ। ਸੋ CSAT ਜੇ ਤੁਹਾਡਾ ਡੀਸੈਂਟ ਹੈਗਾ, you can actually spend more time on GS only because that is the decider, right? So this is also something that ਮੈਨੂੰ ਬਹੁਤ ਜ਼ਿਆਦਾ ਇੰਪੋਰਟੈਂਟ ਲੱਗਦਾ ਹੈ। So coming to the plan, ਅਸੀਂ 50 ਡੇਜ਼ ਦਾ ਪਲਾਨ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਨੋ ਇਨ ਦੀਸ 50 ਡੇਜ਼ ਯੂ ਹੈਵ ਟੂ ਡੂ ਅ ਲੋਟ ਆਫ ਥਿੰਗਸ। ਤੁਸੀਂ ਸਿਲੇਬਸ ਨੂੰ ਕਵਰ ਕਰਨਾ ਹੈ ਨਾ, ਜੋ PPSC ਨੇ ਤੁਹਾਨੂੰ ਸ਼ੇਅਰ ਕੀਤਾ ਆਪਣੀ ਨੋਟੀਫਿਕੇਸ਼ਨ ਵਿੱਚ। ਤੁਸੀਂ ਕਰੰਟ ਅਫੇਅਰਸ ਕਰਨੇ ਨੇ Jan 2025 onwards, both national, international and Punjab based. Then you have to revise all of this. Then you have to practice MCQs. ਠੀਕ ਹੈ, PYQs ਕਰਨੇ ਨੇ ਤੁਸੀਂ 2021 onwards UPSC ਦੇ, ਮਤਲਬ ਐਟਲੀਸਟ 5 years ਦੇ UPSC ਦੇ, ਐਂਡ ਪਿਛਲੇ 3 ਜਿਹੜੇ PPSC ਨੇ ਪੰਜਾਬ ਦੇ PCS ਦੇ ਪ੍ਰੀਲਿਮਸ ਕੀਤੇ ਨੇ। ਠੀਕ ਹੈ, ਸੋ ਇਹ ਤੁਸੀਂ ਐਟਲੀਸਟ 800 ਕੁਐਸਚਨਸ ਕਰਨੇ ਨੇ ਮਿਨੀਮਮ PYQs ਦੇ, ਐਂਡ ਦੈਨ ਯੂ ਹੈਵ ਟੂ ਗਿਵ ਮੌਕ ਟੈਸਟ, ਹੈ ਨਾ। ਸੋ ਹੁਣ ਜੇ ਅਸੀਂ ਬ੍ਰੇਕਡਾਊਨ ਕਰੀਏ ਤੇ ਵੀ ਹੈਵ ਟੂ ਕਵਰ ਦ ਸਿਲੇਬਸ, ਵੀ ਹੈਵ ਟੂ ਰਿਵਾਈਜ਼, ਐਂਡ ਦੈਨ ਵੀ ਹੈਵ ਟੂ ਟੈਸਟ। ਇਹ ਤਿੰਨਾਂ ਚੀਜ਼ਾਂ ਵਿੱਚੋਂ ਜੇ ਇੱਕ ਵੀ ਪਿਲਰ ਤੁਹਾਡਾ ਮਿਸਿੰਗ ਹੈ, ਆਈ ਐਮ ਬੀਇੰਗ ਵੈਰੀ ਬਰੂਟਲੀ ਓਨੈਸਟ, ਪ੍ਰੀਲਿਮਸ ਕਲੀਅਰ ਕਰਨਾ ਔਖਾ ਹੋ ਸਕਦਾ ਹੈ। ਨਾਮੁਮਕਿਨ ਤਾਂ ਕੁਛ ਵੀ ਨਹੀਂ ਹੁੰਦਾ, ਔਖਾ ਹੋ ਸਕਦਾ ਹੈ। ਜੇ ਤੁਸੀਂ ਹਰ ਇੱਕ ਐਸਪੈਕਟ ਨੂੰ ਕਵਰ ਕਰ ਲਿਆ, ਇਟ ਵਿਲ ਮੇਕ ਦਿਸ ਜਰਨੀ ਡਿਫਿਕਲਟ, ਹੈ ਨਾ। 50 ਦਿਨ ਦੀ ਜਿਹੜੀ ਤੁਹਾਡੀ ਜਰਨੀ ਹੈ ਉਹ ਔਖੀ ਹੋ ਜਾਏਗੀ, ਬਟ ਤੁਹਾਡਾ ਪੇਪਰ ਕਲੀਅਰ ਕਰਨਾ ਸੌਖਾ ਹੋ ਜਾਏਗਾ। ਸੋ ਦੈਟ ਇਜ਼ ਅ ਚੋਇਸ ਦੈਟ ਯੂ ਹੈਵ ਟੂ ਮੇਕ। Also, rapid revision round ਆ ਰਿਹਾ ਸਾਡਾ for ਪੰਜਾਬ PCS. This is going to start from 8th of September. ਜਿਵੇਂ ਨਾ ਇਨਵਾਇਰਮੈਂਟ ਅਸੀਂ ਕਰਾਂਗੇ 8 ਸੈਪਟੈਂਬਰ ਨੂੰ, ਠੀਕ ਹੈ। ਸਵੇਰੇ ਅਸੀਂ ਬੈਠਾਂਗੇ, ਹੈ ਨਾ, ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਈਵ ਕਲਾਸਿਸ ਹੋਣਗੀਆਂ।
ਇਨਵਾਇਰਨਮੈਂਟ ਦੇ ਸਾਰੇ ਕਨਸੈਪਟਸ ਮੈਂ ਤੁਹਾਡੇ ਰਿਵਾਈਜ਼ ਕਰਵਾ ਦਾਂਗੀ, ਠੀਕ ਹੈ। ਸਿਮਿਲਰਲੀ ਪੋਲਿਟੀ, ਸਿਮਿਲਰਲੀ ਜੋਗ੍ਰਾਫੀ, ਸਾਰੇ ਸਬਜੈਕਟਸ, ਪੰਜਾਬ ਜੀਕੇ, ਵਰਲਡ ਹਿਸਟਰੀ, ਐਵਰੀਥਿੰਗ ਵੁੱਡ ਬੀ ਕਵਰਡ ਇਨ ਦਿਸ ਕੋਰਸ। ਪਲੱਸ ਤੁਹਾਨੂੰ ਜੀਐਸ ਦੇ ਫੁੱਲ ਲੈਂਥ ਟੈਸਟ ਵੀ ਮਿਲਣਗੇ ਇਨ in tune with PPSC ਦਾ ਪੰਜਾਬ PCS ਦਾ paper. All of this at 3,500 rupees. So make the most of it. Now coming to the day wise plan. Now we have divided 50 days 4 segments ਵਿੱਚ, ਠੀਕ ਹੈ। ਪਹਿਲੇ 20 ਦਿਨ ਵਿੱਚ ਅਸੀਂ ਫੋਕਸ ਕਰਾਂਗੇ ਕਵਰੇਜ, ਠੀਕ ਹੈ। ਜੋ ਮੈਂ ਤੁਹਾਨੂੰ ਕਵਰੇਜ ਕਹਿ ਰਹੀ ਸੀ ਨਾ, ਉਹ ਕਵਰੇਜ। ਨਾਓ ਦਿਸ ਕਵਰੇਜ ਆਲਸੋ ਇਨਟੇਲਸ ਕਿ ਤੁਸੀਂ ਜਿਹੜੇ ਵੀ ਸਬਜੈਕਟਸ ਹੈਗੇ ਆ ਉਹਦੇ MCQs ਪ੍ਰੈਕਟਿਸ ਕਰੋ, ਠੀਕ ਹੈ। ਪਲੱਸ ਉਹਦੇ ਰਿਲੇਟਡ ਜਿਹੜੇ PYQs ਹੈ ਉਹ ਕਰੋ। ਤਾਂ ਇਹ ਕਵਰੇਜ ਉਹਨੂੰ ਉਹਦੇ ਹਿਸਾਬ ਨਾਲ ਅਸੀਂ ਕਹਿ ਰਹੇ ਹਾਂ। ਫॉर ਇੰਸਟੈਂਸ ਪਹਿਲੇ 4 ਦਿਨ ਤੁਸੀਂ ਪੋਲੀਟੀਕਲ ਥਿਊਰੀ ਤੇ ਜਨਵਰੀ 2025 ਦੇ ਨੈਸ਼ਨਲ ਇੰਟਰਨੈਸ਼ਨਲ ਪਲੱਸ ਪੰਜਾਬ ਦੇ ਕਰੰਟ ਅਫੇਅਰਸ ਕਰੋ। ਹੁਣ ਤੁਸੀਂ ਨਾ ਮੇਰੇ ਤੋਂ ਸੋਰਸਸ ਪੁੱਛ ਸਕਦੇ ਹੋ ਕਿ ਕਿੱਥੋਂ ਪੜ੍ਹੀਏ। ਦੇਖੋ ਦਿਸ ਇਜ਼ ਨੋਟ ਦ ਟਾਈਮ ਟੂ ਫੋਲੋ ਐਨੀ ਬੁੱਕ, ਠੀਕ ਹੈ। ਕੋਈ ਵੀ ਬੁੱਕ ਵਿੱਚੋਂ ਤੁਸੀਂ ਨੋਟਸ ਬਣਾ ਰਹੇ ਹੋ ਜਾਂ ਇਟ ਇਜ਼ ਜਸਟ ਨੋਟ ਪੋਸੀਬਲ। ਜੇ ਤੁਹਾਡੇ ਕੋਲ ਆਪਣੇ ਨੋਟਸ ਹੈਗੇ ਹੈ ਦੈਨ ਦੈਟ ਇਜ਼ ਦ ਬੈਸਟ ਸੋਰਸ। ਜੇ ਨਹੀਂ ਹੈਗੇ ਦੈਨ ਆਈ ਕੈਨ ਓਨਲੀ ਵਾਊਚ ਫॉर ਸਲੀਪੀ ਕਲਾਸਿਸ ਦੇ ਨੋਟਸ ਐਟ ਦਿਸ ਮੋਮੈਂਟ। ਆਈ ਵੁੱਡ ਨੋਟ ਸੁਜੈਸਟ ਟੂ ਗੋ ਫॉर ਐਨੀ ਬੁੱਕ। ਜੇ ਤੁਸੀਂ ਪਹਿਲੇ ਨੋਟਸ ਬਣਾਏ ਹੋਏ ਆ ਜਾਂ ਜੋ ਵੀ ਤੁਸੀਂ ਸੋਰਸ ਪਹਿਲੇ ਫੋਲੋ ਕਰਦੇ ਹੋ ਉਹ ਕਰ ਰਹੇ ਹੋ, ਵੈਲ ਐਂਡ ਗੁੱਡ। ਜੇ ਕੋਈ ਸੋਰਸ ਤੁਹਾਡੇ ਕੋਲ ਨਹੀਂ ਹੈਗਾ ਤੇ ਸਲੀਪੀ ਕਲਾਸਿਸ ਦੇ ਨੋਟਸ ਫੋਲੋ ਕਰ ਲਓ। ਈਵਨ ਕਰੰਟ ਅਫੇਅਰਸ ਫॉर ਬੋਥ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਹੈਗੇ ਆ ਤੇ ਪੰਜਾਬ ਦੇ ਸਾਡੇ ਕਰੰਟ ਅਫੇਅਰਸ ਦੀ ਕੰਪਾਈਲੇਸ਼ਨਸ ਅਵੇਲੇਬਲ ਨੇ ਵੈਬਸਾਈਟ ਤੇ, ਤੁਸੀਂ ਉੱਥੇ ਜਾ ਕੇ ਫੋਲੋ ਕਰ ਸਕਦੇ ਹੋ, ਰਾਈਟ। ਸੋ ਪਹਿਲੇ 4 ਦਿਨ ਤੁਸੀਂ ਇਹ ਕਰੋ। ਫਿਰ 3 ਦਿਨ ਤੁਸੀਂ ਏਂਸ਼ੀਅੰਟ ਮਿਡੀਵਲ ਕਲਚਰ, ਪੰਜਾਬ ਦਾ ਕਲਚਰ, ਫੈਬਰਰੀ ਦੇ ਕਰੰਟ ਅਫੇਅਰਸ। ਫਿਰ ਅਗਲੇ 3 ਦਿਨ ਮਾਡਰਨ ਹਿਸਟਰੀ, ਪੰਜਾਬ ਦੀ ਜਿਹੜੀ ਬਾਕੀ ਹਿਸਟਰੀ ਹੈਗੀ ਹੈ ਤੇ ਮਾਰਚ ਦੇ ਕਰੰਟ ਅਫੇਅਰਸ, ਠੀਕ ਹੈ। ਐਵੇਂ ਨਾ ਪੂਰਾ ਅਸੀਂ ਬਣਾਇਆ। ਇੱਕ ਦਿਨ ਜਿਹੜਾ ਲਾਸਟ ਦਾ ਹੈਗਾ ਉਹ IR ਨੂੰ ਤੁਸੀਂ ਦੇ ਸਕਦੇ ਹੋ। ਸੋ ਸੋਰਸਿਸ ਬਾਰੇ ਮੈਂ ਤੁਹਾਨੂੰ ਕਲੈਰਿਟੀ ਦੇਤੀ ਹੈ। ਸੋ ਦਿਸ ਇਜ਼ 20 ਡੇਜ਼ ਪਲਾਨ। ਇਹਦੇ ਵਿੱਚ ਤੁਸੀਂ ਸਿਲੇਬਸ ਤਾਂ ਦੇਖੋ ਕਵਰ ਕਰਨਾ ਹੀ ਹੈ ਨਾ, ਉਹਦੇ ਵਿੱਚ ਤਾਂ ਕੋਈ ਉਹ ਨਹੀਂ ਹੋਣਾ ਚਾਹੀਦਾ ਡਾਊਟ। ਸੋਰਸਿਸ ਦਾ ਵੀ ਆਈ ਥਿੰਕ ਕੋਈ ਡਾਊਟ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜੀ ਚੀਜ਼ ਰਹਿ ਜਾਂਦੀ ਹੈ ਨਾ ਕਿ PYQs ਉਸ ਸਬਜੈਕਟ ਦੇ ਰਿਲੇਟਡ ਪਲੱਸ ਪੰਜਾਬ ਦੇ PYQs, ਇਹ ਜ਼ਰੂਰ ਕਰ ਲੈਣਾ। ਦੈਨ ਜਿਹੜੇ ਨੈਕਸਟ ਸੈਟ ਆਫ 15 ਡੇਜ਼ ਨੇ ਉਹਦੇ ਵਿੱਚ ਅਸੀਂ ਨਾ ਰਿਵੀਜ਼ਨ ਤੇ ਫੋਕਸ ਕਰਾਂਗੇ, ਠੀਕ ਹੈ। ਬੋਥ ਆਫ ਦ ਸਬਜੈਕਟਸ, ਜਿਵੇਂ ਪਹਿਲੇ 3 ਦਿਨ ਤੁਸੀਂ ਪੋਲਿਟੀ ਰਿਵਾਈਜ਼ ਕਰੋਗੇ ਪਲੱਸ ਤੁਸੀਂ 2 ਮਹੀਨੇ ਰਿਵਾਈਜ਼ ਕਰੋਗੇ, ਨਾਲ ਹੀ ਤੁਸੀਂ ਇੱਕ ਸੈਕਸ਼ਨਲ ਟੈਸਟ ਵੀ ਦੇਣਾ। ਹੁਣ ਨਾ ਅਸੀਂ ਇਹ ਕਹਿ ਰਹੇ ਹਾਂ ਕਿ ਤੁਸੀਂ ਐਟਲੀਸਟ 3 ਦਿਨਾਂ ਵਿੱਚ 3 ਦਿਨਾਂ ਵਿੱਚ ਤੁਸੀਂ ਇੱਕ ਸੈਕਸ਼ਨਲ ਟੈਸਟ ਦਿਓ ਆਫ ਪੋਲੀਟੀਕਲ ਥਿਊਰੀ, ਠੀਕ ਹੈ, ਜੋ ਟੌਪਿਕਸ ਤੁਸੀਂ ਪੜ੍ਹੇ ਨੇ। ਸਿਮਿਲਰਲੀ ਹਿਸਟਰੀ ਜੇ ਤੁਸੀਂ ਪੜ੍ਹ ਲਿਆ ਤੇ ਹਿਸਟਰੀ ਦਾ ਇੱਕ ਸੈਕਸ਼ਨਲ ਟੈਸਟ ਦਿਓ, ਜੋਗ੍ਰਾਫੀ ਪੜ੍ਹ ਲਿਆ ਤੇ ਜੋਗ੍ਰਾਫੀ ਦਾ ਦਿਓ। ਐਵੇਂ ਨਾ ਤੁਸੀਂ ਸੈਕਸ਼ਨਲ ਟੈਸਟ ਦਿਓ। ਸੈਕਸ਼ਨਲ ਟੈਸਟ ਨਾ ਤੁਹਾਡੀ ਐਪਲੀਕੇਸ਼ਨ ਆਫ ਨੌਲੇਜ ਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਦੇਣਗੇ, ਠੀਕ ਹੈ। ਸੋ ਦ ਆਈਡੀਆ ਇਜ਼ ਟੂ ਗਿਵ ਐਟਲੀਸਟ 8 to 10 ਸੈਕਸ਼ਨਲ ਟੈਸਟ ਪਲੱਸ ਰਿਵੀਜ਼ਨ ਇਨ ਦ ਸਪੈਨ ਆਫ ਥੀਸ 15 ਡੇਜ਼, ਰਾਈਟ। ਹੁਣ ਤੁਸੀਂ ਇਹ ਕਹੋਗੇ ਕਿ ਸੈਕਸ਼ਨਲ ਟੈਸਟ ਤੇ 2 ਘੰਟੇ ਲੱਗਦੇ ਨੇ। ਨਹੀਂ, ਤੁਸੀਂ ਸੈਕਸ਼ਨਲ ਟੈਸਟ ਤੇ 2 ਘੰਟੇ ਵਿੱਚ ਹੀ ਦੇਣਾ। ਜਿਵੇਂ ਸਵੇਰੇ ਤੁਸੀਂ ਟਾਈਮ ਬੰਦ ਲਓ ਕਿ 9 ਤੋਂ 11 ਮੈਂ ਟੈਸਟ ਦੇਣਾ, ਉਸ ਤੋਂ ਬਾਅਦ ਮੈਂ ਅੱਧੇ ਘੰਟੇ ਦੀ 1 ਘੰਟੇ ਦੀ ਬ੍ਰੇਕ ਲੈਣੀ ਹੈ। ਫਿਰ ਮੈਂ 12 ਤੋਂ 2 ਬੈਠ ਕੇ ਉਹਨੂੰ ਐਨਾਲਾਈਜ਼ ਕਰਨਾ ਕਿ ਮੇਰੀਆਂ ਇਹ ਗਲਤੀਆਂ ਆਖਿਰ ਵਿੱਚ ਹੋਈਆਂ ਕਿਉਂ, ਮੈਨੂੰ ਕੀ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਜਾਂ ਮੈਂ ਉਹਨਾਂ ਨੂੰ ਅਪਲਾਈ ਨਹੀਂ ਕਰ ਪਾ ਰਿਹਾ, ਔਰ ਆਈ ਐਮ ਡੂਇੰਗ ਸਿਲੀ ਮਿਸਟੇਕਸ। ਯੂ ਹੈਵ ਟੂ ਐਨਾਲਾਈਜ਼। ਸੋ ਇਟ ਇਜ਼ ਐਕਚੁਅਲੀ ਅ 4-hour process, the giving of test. ਬਾਕੀ ਤੁਸੀਂ ਰਿਵਾਈਜ਼ ਕਰਨਾ ਹੈ। So this you have to do for the next 15 days. ਬਾਕੀ 10 days ਵਿੱਚ again you will consolidate in terms of revision. ਤੁਸੀਂ ਰਿਵੀਜ਼ਨ ਕਰਦੇ ਰਹੋਗੇ as per this plan. ਇੱਕ ਦਿਨ ਤੁਸੀਂ GS ਦਾ ਮੌਕ ਦਿੱਤਾ, ਠੀਕ ਹੈ, ਨਾਲ ਤੁਸੀਂ ਪੂਰੇ ਕਰੰਟ ਅਫੇਅਰਸ ਦੀ ਅਕ੍ਰੋਸ ਜਿਹੜੇ 6 ਮਹੀਨਿਆਂ ਦੇ ਕਰੰਟ ਅਫੇਅਰਸ ਆ ਉਹਨਾਂ ਨੂੰ ਰਿਵਾਈਜ਼ ਕਰ ਲਿਆ। ਫਿਰ ਅਗਲੇ ਦਿਨ ਤੁਸੀਂ ਪੋਲਿਟੀ ਰਿਵਾਈਜ਼ ਕੀਤੀ, ਨਾਲ ਤੁਸੀਂ CSAT ਦਾ ਮੌਕ ਦੇਤਾ। ਫਿਰ ਅਗਲੇ ਦਿਨ ਫਿਰ ਤੁਸੀਂ GS ਦਾ ਮੌਕ ਦਿੱਤਾ, ਪੰਜਾਬ GK ਰਿਵਾਈਜ਼ ਕੀਤੀ, ਠੀਕ ਹੈ। ਸੋ ਐਵੇਂ ਤੁਸੀਂ ਰਿਵੀਜ਼ਨ ਕਰਨੀ ਨੇ ਤੇ ਰੋਜ਼ ਦਾ ਐਟਲੀਸਟ ਇੱਕ ਮੌਕ ਦੇਣਾ, ਠੀਕ ਹੈ। ਸੋ ਦਿਸ ਹੈਜ਼ ਟੂ ਹੈਪਨ ਫॉर ਨੈਕਸਟ 10 ਡੇਜ਼। ਇਹਦੇ ਵਿੱਚ ਨਾ ਤੁਸੀਂ ਐਟਲੀਸਟ 5 FLTs ਦੇ ਰਹੇ ਹੋ, ਠੀਕ ਹੈ, ਫੁੱਲ ਲੈਂਥ ਟੈਸਟ। ਇਹ ਵੀ ਜ਼ਰੂਰੀ ਹੈ। ਤੇ ਹੁਣ ਜੇ ਮੈਂ ਆਪਣਾ ਤੁਹਾਨੂੰ ਪਲਾਨ ਦੱਸਾਂ ਤੇ ਪਹਿਲੇ 20 ਦਿਨ ਤੁਸੀਂ ਸਿਲੇਬਸ ਕਵਰੇਜ ਕਰ ਰਹੇ ਹੋ, ਠੀਕ ਹੈ, ਪਲੱਸ ਪ੍ਰੈਕਟਿਸ ਕਰ ਰਹੇ ਹੋ MCQs PYQs, ਰਾਈਟ। ਤੇ ਦਿਸ ਇਜ਼ ਦੀ ਆਈਡੀਆ ਹੈ ਨਾ। ਐਂਡ ਨਾਲ ਤੁਸੀਂ ਕਰੰਟ ਅਫੇਅਰਸ ਵੀ ਕਰ ਰਹੇ ਹੋ।
then next 15 days you just have to revise and give sectional test ਜੋ ਤੁਸੀਂ ਇੱਥੇ ਪੜਿਆ ਉਹਨੂੰ ਤੁਸੀਂ ਰਿਵਾਈਜ਼ ਕਰਨਾ ਤੇ ਸੈਕਸ਼ਨਲ ਟੈਸਟ ਦੇਣੇ ਆ ਬਾਅਦ ਵਿੱਚ ਜਿਹੜੇ 10 ਦਿਨ ਰਹਿ ਜਾਣਗੇ ਅਗੇਨ ਯੂ ਹੈਵ ਟੂ ਰਿਵਾਈਜ਼ ਐਂਡ ਯੂ ਹੈਵ ਟੂ ਗਿਵ FLTs ਇੱਥੇ ਮੈਂ ਕਵਾਂਗੀ 8 ਸੈਕਸ਼ਨਲ ਟੈਸਟ ਇੱਥੇ ਮੈਂ ਕਹੂੰਗੀ 5 FLTs ਮਿਨੀਮਮ ਦਿਸ ਇਜ਼ ਫॉर GS CSAT ਦੇ ਤੁਸੀਂ 3 ਤੋਂ 5 ਦੇ ਸਕਦੇ ਹੋ ਡਿਪੈਂਡਿੰਗ ਅਪਨ ਯੋਰ ਲੈਵਲ ਆਫ ਪ੍ਰੈਪਰੇਸ਼ਨ CSAT ਨੂੰ ਇਸ ਲਈ ਇੰਪੋਰਟੈਂਸ ਨਹੀਂ ਦੇ ਰਹੀ 80 ਸਵਾਲ ਹੈਗੇ ਉਹਦੇ ਵਿੱਚੋਂ 32 ਤੁਸੀਂ ਠੀਕ ਕਰਨੇ ਨੇ ਨੈਗੇਟਿਵ ਮਾਰਕਿੰਗ ਨਹੀਂ ਹੈਗੀ 80 ਦੇ 80 ਮਾਰਕ ਕਰਕੇ ਆਓ ਹੈ ਨਾ ਤੁੱਕੇ ਵੀ ਮਾਰ ਕੇ ਆਓਗੇ CSAT ਨਹੀਂ ਰੁਕਣਾ ਚਾਹੀਦਾ ਮੇਰੇ ਹਿਸਾਬ ਨਾਲ ਰਾਈਟ ਖੈਰ ਦੈਨ ਨੈਕਸਟ ਜਿਹੜੇ 5 ਦਿਨ ਰਹਿ ਜਾਣਗੇ ਨਾ ਉਹਦੇ ਵਿੱਚ ਤੁਸੀਂ ਰਿਵਾਈਜ਼ ਕਰਨਾ ਹੈ ਨਾ ਜੇ ਤੁਹਾਡਾ ਕੁਝ ਰਹਿ ਗਿਆ ਕੁਝ ਵੀ ਰਹਿ ਗਿਆ ਤੁਸੀਂ ਟੈਸਟ ਕੱਢ ਦਿੱਤੇ ਨੇ ਹੈ ਨਾ ਮਤਲਬ ਪੁਆਇੰਟ ਇਹ ਹੈਗਾ ਕਿ ਆਫਟਰ ਅ ਪਾਰਟਿਕੂਲਰ ਪੀਰੀਅਡ ਆਫ ਟਾਈਮ ਠੀਕ ਹੈ ਜਿਹੜਾ ਇਹ ਤੁਹਾਡਾ 35th ਡੇ ਹੈ ਨਾ ਉਸ ਤੋਂ ਬਾਅਦ ਡੇ 35 ਤੋਂ ਬਾਅਦ ਤੁਸੀਂ ਕੋਈ ਵੀ ਸੈਕਸ਼ਨਲ ਟੈਸਟ ਦੇਣੇ ਨਾ ਜਸਟ ਹੈਵ ਟੂ ਗਿਵ FLTs ਠੀਕ ਹੈ ਉਸ ਤੋਂ ਬਾਅਦ ਤੁਸੀਂ ਸਿਰਫ FLTs ਦੇਣੇ ਆ ਉਸ ਤੋਂ ਬਾਅਦ ਜੇ ਤੁਹਾਡੇ 5 ਨਹੀਂ ਹੋਏ ਤੇ ਇੰਨਾ 5 ਦਿਨਾਂ ਵਿੱਚ 2 FLT ਹੋਰ ਦੇ ਦਿਓ ਜੇ ਤੁਸੀਂ ਪੁਸ਼ ਕਰਨਾ ਚਾਹੁੰਦੇ ਹੋ ਫਿਰ FLTs ਦੇ ਦਿਓ ਨਾਲ ਬਾਕੀ ਰਿਵਾਈਜ਼ ਕਰੋ ਜੋ ਚੀਜ਼ਾਂ ਤੁਹਾਨੂੰ ਭੁੱਲਦੀਆਂ ਨੇ ਨਾ ਉਹਨਾਂ ਦੇ ਸ਼ਾਰਟ ਨੋਟਸ ਬਣਾਓ ਠੀਕ ਹੈ ਬਹੁਤ ਹੀ ਜ਼ਿਆਦਾ ਸ਼ਾਰਟ ਨੋਟਸ ਉਸ ਪੇਪਰ ਤੋਂ ਜਸਟ ਇੱਕ ਦਿਨ ਪਹਿਲੇ ਦੇਖੋ ਇਹ ਚੀਜ਼ਾਂ ਤੁਸੀਂ ਲਾਸਟ ਦੇ 5 ਡੇਜ਼ ਵਿੱਚ ਕਰ ਸਕਦੇ ਹੋ ਸੋ ਦੈਟ ਇਜ਼ ਦਾ ਪਲਾਨ ਸਿੰਪਲ ਪਲਾਨ ਹੈਗਾ ਜੇ ਤੁਹਾਨੂੰ ਇਹਦੇ ਵਿੱਚ ਕੋਈ ਵੀ ਹੈਲਪ ਚਾਹੀਦੀ ਹੈ ਤੁਸੀਂ ਪਲੀਜ਼ ਮੈਨੂੰ ਕੰਟੈਕਟ ਕਰੋ ਮੈਨੂੰ ਨੀਚੇ ਕਮੈਂਟਸ ਵਿੱਚ ਕਰੋ ਮੈਂ ਡੈਫੀਨੇਟਲੀ ਰਿਪਲਾਈ ਕਰਾਂਗੀ ਤੇ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਰਿਵੀਜ਼ਨ ਹੋ ਪਾ ਰਹੀ ਹੈ ਬਹੁਤ ਵਧੀਆ ਗੱਲ ਹੈ ਦੇਖੋ ਕਵਰੇਜ ਬਹੁਤ ਇੰਪੋਰਟੈਂਟ ਹੈ ਬਟ ਨਾ ਕਵਰੇਜ ਦਾ ਇੱਕ ਪਤਾ ਹੈ ਕੀ ਕਰਸ ਕੀ ਹੈ ਕਿ ਤੁਹਾਨੂੰ ਹਮੇਸ਼ਾ ਲੱਗੇਗਾ ਉਹ ਰਹਿ ਗਿਆ ਇਹ ਰਹਿ ਗਿਆ ਉਹ ਛੱਡ ਦਿਓ once those 20 days are over na you should just revise whatever you're supposed to revise and test yourself that's it coverage ਤੇ focus ਨਾ ਕਰੋ ਵੈਸੇ ਵੀ ਮਤਲਬ unless and until ਤੁਹਾਡਾ ਕੋਈ ਸਬਜੈਕਟ ਹੀ ਪਿਆ ਹੈਗਾ that is different but otherwise ਜੇ ਤੁਸੀਂ ਸਾਰੇ ਸਬਜੈਕਟਸ ਨੂੰ ਇੱਕ ਵਾਰ ਟੱਚ ਕਰ ਲਿਆ then just revise after 20 days ਠੀਕ ਹੈ ਤੇ ਟੈਸਟ ਦਿਓ ਰਿਵੀਜ਼ਨ ਵੀ ਜ਼ਰੂਰੀ ਹੈ ਟੈਸਟਿੰਗ ਵੀ ਜ਼ਰੂਰੀ ਹੈ ਜੇ ਤੁਹਾਨੂੰ ਸਾਡੀ ਹੈਲਪ ਚਾਹੀਦੀ ਹੈ ਰਿਵੀਜ਼ਨ ਦੀ ਤਾਂ ਵੀ ਆਰ ਸਟਾਰਟਿੰਗ ਆਰ ਬੈਚ ਫਰਮ 8th of September ਐਂਡ ਇਟ ਇਜ਼ ਗੋਇੰਗ ਟੂ ਬੀ 15 ਡੇਜ਼ ਦਾ ਬੈਚ ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਮਹੀਨਾ ਹੋਏਗਾ ਟੂ ਕੰਸੋਲੀਡੇਟ for your preparation but do follow this plan it is a very good plan ਬਹੁਤ ਟਾਈਮ ਲੱਗਿਆ ਇਹਨੂੰ ਬਣਾਉਣ ਵਿੱਚ ਤੇ I hope ਇਹ ਤੁਹਾਨੂੰ ਹੈਲਪ ਵੀ ਕਰੇ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਜੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਹੈਲਪ ਚਾਹੀਦੀ ਹੈ ਪੰਜਾਬ PCS ਦੇ ਲਈ we are there to help you thank you so much and all the best